ਫੋਰਐਵਰ ਲਿਵਿੰਗ ਦੇ ਵਿੱਚ ਇੱਕ ਨਵਾਂ ਪ੍ਰੈਫਰਡ ਕਸਟਮਰ ਬਣ ਕੇ 30% ਦਾ ਫਾਇਦਾ ਕਿਵੇਂ ਚੁੱਕਿਆ ਜਾ ਸਕਦਾ ਹੈ? ਚਲੋ ਅੱਜ ਆਪਾਂ ਇੱਕ ਐਸੀ ਖਾਸ ਸਟ੍ਰੈਟਜੀ ਦੀ ਗੱਲ ਕਰਾਂਗੇ ਜਿਹੜੀ ਨਵੇਂ ਡਿਸਟ੍ਰੀਬਿਊਟਰਸ ਨੂੰ ਮਤਲਬ ਬਿਲਕੁਲ ਸ਼ੁਰੂ ਤੋਂ ਹੀ ਇੱਕ ਵੱਡਾ ਫਾਇਦਾ ਦਿਵਾ ਸਕਦੀ ਹੈ। ਪਰ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਇੱਕ ਨਵਾਂ ਡਿਸਟ੍ਰੀਬਿਊਟਰ ਸ਼ੁਰੂ ਕਰਦਾ ਹੈ, ਉਹਨੂੰ ਤਾਂ ਮਿਲਦੀ ਹੈ ਸਿਰਫ 5% ਦੀ ਛੂਟ, ਤਾਂ ਫਿਰ ਉਹ ਪਹਿਲੇ ਦਿਨ ਤੋਂ ਹੀ 30% ਦਾ ਫਾਇਦਾ ਕਿਵੇਂ ਲੈ ਸਕਦਾ ਹੈ? ਹਾਂ, ਇਹ ਇੱਕ ਵੱਡਾ ਸਵਾਲ ਹੈ। ਆਓ ਇਸ ਦਾ ਜਵਾਬ ਲੱਭੀਏ। ਅੱਛਾ, ਤਾਂ ਸਭ ਤੋਂ ਪਹਿਲਾਂ ਨਾ ਆਪਾਂ ਮਸਲੇ ਦੀ ਜੜ ਤੇ ਜਾਂਦੇ ਹਾਂ। ਅਸਲੀ ਚੈਲੰਜ ਪਤਾ ਕੀ ਹੈ? ਉਹ ਹੈ ਡਿਸਕਾਊਂਟ ਦੇ ਲੈਵਲਸ ਵਿੱਚ ਜਿਹੜਾ ਇੱਕ ਵੱਡਾ ਗੈਪ ਹੈ ਨਾ, ਉਸ ਨੂੰ ਸਮਝਣਾ। ਹੁਣ ਦੇਖੋ, ਇੱਕ ਪਾਸੇ ਹੈ ਪ੍ਰੈਫਰਡ ਕਸਟਮਰ ਜਿਸ ਨੂੰ ਮਿਲਦੀ ਹੈ ਸਿਰਫ 5% ਦੀ ਛੂਟ, ਤੇ ਦੂਜੇ ਪਾਸੇ ਜਿਵੇਂ ਹੀ ਕੋਈ ਅਸਿਸਟੈਂਟ ਸੁਪਰਵਾਈਜ਼ਰ ਬੰਦਾ, ਛੂਟ ਸਿੱਧੀ ਇੱਕਦਮ 30% ਤੇ ਪਹੁੰਚ ਜਾਂਦੀ ਹੈ। ਹੁਣ ਇਹ ਕੋਈ ਛੋਟਾ-ਮੋਟਾ ਫਰਕ ਨਹੀਂ, ਇਹ ਬਹੁਤ ਵੱਡਾ ਫਰਕ ਹੈ। ਤਾਂ ਫਿਰ ਸ਼ੁਰੂਆਤ ਹੁੰਦੀ ਕਿੱਥੋਂ ਹੈ? ਉਹ ਹੁੰਦੀ ਹੈ ਪ੍ਰੀਫਰਡ ਕਸਟਮਰ, ਯਾਨੀ ਕਿ ਪੀਸੀ ਦੇ ਲੈਵਲ ਤੋਂ। ਸਮਝੋ ਕਿ ਇਹ ਫੋਰਐਵਰ ਲਿਵਿੰਗ ਵਿੱਚ ਐਂਟਰੀ ਪੁਆਇੰਟ ਹੈ, ਪਹਿਲਾ ਕਦਮ। ਆਮ ਤੌਰ ਤੇ ਕੋਈ 5000 ਰੁਪਏ ਦੀ ਪਹਿਲੀ ਪਰਚੇਸ ਕਰਦਾ ਹੈ ਤੇ ਇਸ ਲੈਵਲ ਤੇ ਆ ਜਾਂਦਾ ਤੇ ਉਹਨੂੰ 5% ਦੀ ਬੇਸਿਕ ਛੋਟ ਮਿਲਣੀ ਸ਼ੁਰੂ ਹੋ ਜਾਂਦੀ ਹੈ। ਹੁਣ ਆਉਂਦੀ ਹੈ ਅਸਲੀ ਗੱਲ, ਜਿਸ ਨੂੰ ਇਸ ਜਾਣਕਾਰੀ ਦੇ ਸੋਰਸ ਵਿੱਚ ਇੱਕ ਲੀਗਲ ਹੈਕ ਕਿਹਾ ਗਿਆ ਹੈ। ਇਹ ਹੈ ਕਿ ਇਹ ਕੰਪਨੀ ਦੇ ਰੂਲਸ ਦੇ ਅੰਦਰ ਰਹਿ ਕੇ ਹੀ ਜ਼ਿਆਦਾ ਡਿਸਕਾਊਂਟ ਲੈਣ ਦਾ ਇੱਕ ਬਹੁਤ ਹੀ ਸਮਾਰਟ ਤਰੀਕਾ ਹੈ। ਸੋਰਸ ਵਿੱਚ ਬਿਲਕੁਲ ਸਾਫ਼-ਸਾਫ਼ ਕਿਹਾ ਗਿਆ ਕਿ ਮੈਂ ਇੱਕ ਲੀਗਲ ਹੈਕ ਦੱਸਾਂਗੀ ਅਤੇ ਇਹ ਕੰਪਨੀ ਦੇ ਮਾਰਕੀਟਿੰਗ ਪਲਾਨ ਦੇ ਅੰਦਰ ਹੀ ਆਉਂਦਾ ਹੈ। ਮਤਲਬ ਬਿਲਕੁਲ ਸਾਫ਼ ਹੈ, ਇਹ ਕੋਈ ਚੋਰੀ ਦਾ ਰਸਤਾ ਨਹੀਂ ਹੈ, ਬਲਕਿ ਸਿਸਟਮ ਦਾ ਹੀ ਇੱਕ ਹਿੱਸਾ ਹੈ ਜਿਸ ਨੂੰ ਬਸ ਸਮਝਦਾਰੀ ਨਾਲ ਵਰਤਣ ਦੀ ਲੋੜ ਹੈ। ਚਲੋ ਫਿਰ ਦੇਖਦੇ ਹਾਂ ਕਿ ਇਹ ਤਰੀਕਾ, ਇਸ ਸਿਸਟਮ ਕੰਮ ਕਿਵੇਂ ਕਰਦਾ ਹੈ। ਆਓ ਸਟੈਪ ਬਾਈ ਸਟੈਪ ਇਸ ਪੂਰੀ ਸਟ੍ਰੈਟਜੀ ਨੂੰ ਸਮਝਦੇ ਹਾਂ। ਇਸ ਸਟ੍ਰੈਟਜੀ ਦਾ ਬੇਸ ਬਹੁਤ ਸਿੰਪਲ ਹੈ। ਇੱਕ ਆਈਡੀ ਦੇ ਥੱਲੇ ਦੂਜੀ ਆਈਡੀ, ਯਾਨੀ ਕਿ ਆਪਣੀ ਮੌਜੂਦਾ ਆਈਡੀ ਦੇ ਬਿਲਕੁਲ ਥੱਲੇ ਇੱਕ ਨਵੀਂ ਆਈਡੀ ਬਣਾ ਲਈ ਜਾਂਦੀ ਹੈ। ਇਸ ਨਾਲ ਕੀ ਹੁੰਦਾ? ਪੁਰਾਣੀ ਆਈਡੀ ਬਣ ਜਾਂਦੀ ਹੈ ਅਪਲਾਈਨ ਅਤੇ ਨਵੀਂ ਆਈਡੀ ਬਣ ਜਾਂਦੀ ਹੈ ਡਾਊਨਲਾਈਨ। ਇਹਦੇ ਸਿਰਫ 2 ਸੌਖੇ ਜਿਹੇ ਸਟੈਪਸ ਨੇ। ਪਹਿਲਾ, ਆਪਣੀ ਡਾਊਨਲਾਈਨ ਵਿੱਚ ਕਿਸੇ ਭਰੋਸੇਮੰਦ ਬੰਦੇ ਦੇ ਨਾਂ ਤੇ, ਜਿਵੇਂ ਕੋਈ ਫੈਮਿਲੀ ਮੈਂਬਰ ਹੋ ਗਿਆ, ਇੱਕ ਨਵੀਂ ਪ੍ਰੀਫਰਡ ਕਸਟਮਰ ਆਈਡੀ ਬਣਾਉਣੀ ਹੈ। ਤੇ ਦੂਜਾ ਤੇ ਸਭ ਤੋਂ ਇੰਪੋਰਟੈਂਟ ਸਟੈਪ ਹੈ ਕਿ ਅੱਗੇ ਤੋਂ ਜਿੰਨੀ ਵੀ ਪਰਚੇਸਿੰਗ ਕਰਨੀ ਹੈ ਉਹ ਆਪਣੀ ਪੁਰਾਣੀ ਆਈਡੀ ਤੋਂ ਨਹੀਂ, ਸਗੋਂ ਇਸ ਨਵੀਂ ਡਾਊਨਲਾਈਨ ਆਈਡੀ ਤੋਂ ਕਰਨੀ ਹੈ। ਪਰ ਸਵਾਲ ਇਹ ਹੈ ਕਿ 30% ਦਾ ਇਹ ਮੈਜਿਕ ਫਿਗਰ ਬਣਦਾ ਕਿਵੇਂ ਹੈ? ਚਲੋ ਹੁਣ ਇਸ ਦੇ ਪਿੱਛੇ ਦੀ ਪੂਰੀ ਕੈਲਕੂਲੇਸ਼ਨ ਨੂੰ ਸਮਝਦੇ ਹਾਂ, ਫਿਰ ਸਾਰਾ ਫਾਈਨੈਂਸ਼ੀਅਲ ਐਡਵਾਂਟੇਜ ਸਾਫ਼-ਸਾਫ਼ ਨਜ਼ਰ ਆ ਜਾਵੇਗਾ। ਓਕੇ, ਤਾਂ ਫਾਇਦੇ ਦਾ ਪਹਿਲਾ ਹਿੱਸਾ ਤਾਂ ਬਿਲਕੁਲ ਸਿੱਧਾ ਹੈ। ਜਦੋਂ ਵੀ ਨਵੀਂ ਡਾਊਨਲਾਈਨ ਆਈਡੀ ਤੋਂ ਖਰੀਦਦਾਰੀ ਹੁੰਦੀ ਹੈ ਤਾਂ ਉਸੇ ਵੇਲੇ ਔਨ ਦਾ ਸਪੌਟ 5% ਦੀ ਛੂਟ ਮਿਲ ਜਾਂਦੀ ਹੈ। ਪਰ ਅਸਲੀ ਗੇਮ ਇੱਥੇ ਸ਼ੁਰੂ ਹੁੰਦੀ ਹੈ, ਕਿਉਂਕਿ ਪਰਚੇਜ਼ ਹੋਈ ਹੈ ਆਪਣੀ ਡਾਊਨਲਾਈਨ ਵਿੱਚ, ਤਾਂ ਕੰਪਨੀ ਕੀ ਕਰਦੀ ਹੈ? ਉਹ ਆਪਣੀ ਪੁਰਾਣੀ ਯਾਨੀ ਕਿ ਅਪਲਾਈਨ ਵਾਲੀ ਆਈਡੀ ਤੇ ਪੂਰੇ 25% ਦਾ ਕੈਸ਼ਬੈਕ ਭੇਜਦੀ ਹੈ। ਇਹੀ ਇਸ ਸਟ੍ਰੈਟਜੀ ਦਾ ਸਭ ਤੋਂ ਵੱਡਾ ਪੁਆਇੰਟ ਹੈ। ਅਤੇ ਇੱਥੇ ਸਾਰੀ ਤਸਵੀਰ ਸਾਫ਼ ਹੋ ਜਾਂਦੀ ਹੈ। 5% ਦਾ ਇਨਸਟੈਂਟ ਡਿਸਕਾਊਂਟ ਤੇ 25% ਦਾ ਕੈਸ਼ਬੈਕ। ਜਦੋਂ ਆਪਾਂ ਇਹਨਾਂ ਦੋਵਾਂ ਨੂੰ ਜੋੜਦੇ ਹਾਂ ਤਾਂ ਟੋਟਲ ਬੈਨੀਫਿਟ ਕਿੰਨਾ ਬਣਿਆ? ਪੂਰੇ 30%। ਮਤਲਬ ਇੱਕ ਪ੍ਰੈਫਰਡ ਕਸਟਮਰ ਹੁੰਦੇ ਹੋਏ ਵੀ ਇੱਕ ਅਸਿਸਟੈਂਟ ਸੁਪਰਵਾਈਜ਼ਰ ਜਿੰਨਾ ਫਾਇਦਾ ਮਿਲ ਰਿਹਾ ਹੈ। ਪਰ ਠਹਿਰੋ, ਗੱਲ ਇੱਥੇ ਖਤਮ ਨਹੀਂ ਹੁੰਦੀ। ਇਹ ਸਿਰਫ ਇਨਸਟੈਂਟ ਪੈਸੇ ਬਚਾਉਣ ਬਾਰੇ ਨਹੀਂ ਹੈ। ਇਸ ਸਟ੍ਰੈਟਜੀ ਦਾ ਇਸਤੇਮਾਲ ਇੱਕ ਵੱਡੇ ਲੌਂਗ ਟਰਮ ਗੋਲ ਨੂੰ ਅਚੀਵ ਕਰਨ ਲਈ ਵੀ ਕੀਤਾ ਜਾ ਸਕਦਾ ਹੈ, ਤੇ ਉਹ ਗੋਲ ਹੈ 2cc ਕੰਪਲੀਟ ਕਰਨਾ। ਜ਼ਰਾ ਸੋਚੋ, ਪਹਿਲੇ ਮਹੀਨੇ 1000-5000 ਰੁਪਏ ਦੀ ਜੋ ਵੀ ਖਰੀਦਦਾਰੀ ਹੈ ਉਹ ਨਵੀਂ ਡਾਊਨਲਾਈਨ ਆਈਡੀ ਤੋਂ ਹੁੰਦੀ ਹੈ ਤੇ ਸੇਲਸ ਵੋਲਿਊਮ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਦੂਜੇ ਮਹੀਨੇ ਵੀ ਇਹੀ ਚੀਜ਼ ਜਾਰੀ ਰਹਿੰਦੀ ਹੈ ਜਦ ਤੱਕ ਮੰਨ ਲਓ ਲਗਭਗ 30000 ਰੁਪਏ ਦੀ ਟੋਟਲ ਪਰਚੇਜ਼ ਨਾਲ 2cc ਦਾ ਟਾਰਗੇਟ ਪੂਰਾ ਨਹੀਂ ਹੋ ਜਾਂਦਾ। ਤੇ 2 ਮਹੀਨਿਆਂ ਦੇ ਅੰਦਰ 2cc ਤਾਂ ਪੂਰਾ ਹੁੰਦਾ ਹੀ ਹੈ, ਨਾਲ ਹੀ ਅਸਿਸਟੈਂਟ ਸੁਪਰਵਾਈਜ਼ਰ ਦੀ ਪ੍ਰਮੋਸ਼ਨ ਵੀ ਪੱਕੀ ਹੋ ਜਾਂਦੀ ਹੈ। ਤਾਂ ਇਸ ਦਾ ਫਾਇਦਾ ਕੀ ਹੋਇਆ? ਇਹ ਤਾਂ ਇੱਕ ਤੀਰ ਨਾਲ 2 ਨਿਸ਼ਾਨੇ ਵਾਲੀ ਗੱਲ ਹੋ ਗਈ। ਪਹਿਲਾ, ਹਰ ਪਰਚੇਜ਼ ਤੇ 30% ਦਾ ਫਾਈਨੈਂਸ਼ੀਅਲ ਬੈਨੀਫਿਟ ਮਿਲ ਰਿਹਾ ਹੈ, ਤੇ ਦੂਜਾ, ਉਸੇ ਪਰਚੇਜ਼ ਨਾਲ 2cc ਕੰਪਲੀਟ ਕਰਨ ਲਈ ਜਿਹੜਾ ਸੇਲਸ ਵੋਲਿਊਮ ਚਾਹੀਦਾ ਹੈ ਉਹ ਵੀ ਨਾਲੋਂ ਨਾਲ ਬਣ ਰਿਹਾ ਹੈ। ਮਤਲਬ ਡੇ 1 ਤੋਂ ਹੀ ਮੈਕਸਿਮਮ ਪ੍ਰੋਫਿਟ ਨਾਲ ਅਗਲੇ ਲੈਵਲ ਦਾ ਸਫ਼ਰ ਸ਼ੁਰੂ ਹੁੰਦਾ ਹੈ। ਤਾਂ ਆਖਿਰ ਵਿੱਚ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਇਹ ਤਰੀਕਾ ਕੰਪਨੀ ਦੇ ਮਾਰਕੀਟਿੰਗ ਪਲਾਨ ਦਾ ਹੀ ਇੱਕ ਸਮਾਰਟ ਫੀਚਰ ਹੈ ਜਿਸ ਨੂੰ ਸਮਝ ਕੇ ਵਰਤਣਾ ਚਾਹੀਦਾ ਹੈ,
ਜਾਂ ਫਿਰ ਇਸ ਸਿਸਟਮ ਵਿੱਚ ਇੱਕ ਲੂਪ ਹੋਲ ਹੈ, ਇੱਕ ਕਮਜ਼ੋਰੀ ਹੈ ਜਿਸ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ। ਖੈਰ, ਇਸ ਬਾਰੇ ਸੋਚ ਵਿਚਾਰ ਕਰਨਾ ਇਸ ਸਿਸਟਮ ਵਿੱਚ ਕੰਮ ਕਰਨ ਵਾਲੇ ਹਰ ਇੱਕ ਦੇ ਲਈ ਬਹੁਤ ਜ਼ਰੂਰੀ ਹੈ।